ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਕਾ ਖਾਸ ਰੂਪ ਸਾਧ ਸੰਗਤ ਆਪ ਧੰਨਤਾ ਦੇ ਯੋਗ ਹੋ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਬਾਰਗਾਹ 'ਚ ਬੈਠ ਕਰਕੇ ਰੱਬੀ ਗੁਰਬਾਣੀ ਦੇ ਕੀਰਤਨ ਬੜੇ ਪਿਆਰ ਸਤਿਕਾਰ ਸਹਿਤ ਬੈਠ ਕਰਕੇ ਸਰਵਣ ਕਰ ਰਹੇ ਸੀ। ਸੇਵਾ ਨਿਭਾ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਅਤੇ ਤਿੰਨਾਂ ਦੇ ਸਾਥੀ। ਹੁਣ ਸਮਾਂ ਇਸ ਪਾਵਨ ਸਥਾਨ ਦੀ ਮਰਿਆਦਾ ਅਨੁਸਾਰ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੀ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਨਾਨਕ ਪਿਆਓ ਸਾਹਿਬ। ਆਓ ਬੜੇ ਹੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੀ ਗੋਦ 'ਚ ਬੈਠ ਕਰਕੇ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਬੜੇ ਹੀ ਪਿਆਰ ਸਤਿਕਾਰ ਸਹਿਤ ਬੈਠ ਕਰਕੇ ਸਰਵਣ ਕਰੀਏ। 25 ਤਰੀਕ ਨੂੰ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜਿਸ ਪਾਵਨ ਸਥਾਨ ਤੇ ਉਹਨਾਂ ਦੀ ਸ਼ਹੀਦੀ ਹੋਈ ਹੈ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਲ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਸਤਿਗੁਰੂ ਦੀ ਖੁਸ਼ੀਆਂ ਦਾ ਪ੍ਰਾਪਤ ਕਰਨੀਆਂ। 25 ਤਰੀਕ ਨੂੰ ਅਮਰ ਵੇਲੇ ਤੋਂ ਦੇਰ ਰਾਤ ਵਿਆਹ ਤੱਕ ਦੀਵਾਨ ਸਜਣਗੇ। ਪੰਥ ਦੇ ਪ੍ਰਸਿੱਧ ਕੀਰਤਨ ਪੜ ਰਹੇ ਨੇ। ਸੋ ਆਪ ਜੀ ਨੇ ਹਾਜ਼ਰੀਆਂ ਭਰ ਕੇ ਸਤਿਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਅਗਲੇ ਸਮੇਂ ਵਾਸਤੇ ਚੱਲ ਰਹੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਬੜੇ ਪਿਆਰ ਸਤਿਕਾਰ ਸਹਿਤ ਸੰਗਤ ਦੀ ਗੋਦ 'ਚ ਬੈਠ ਕਰਕੇ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਰਾਮਦਾਸ ਗੁਰੂ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੁਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰਮ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ
ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਗੁਰੂ ਨਾਨਕ ਪੁਰਸ਼ੋਤਮ, ਪਰਵ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਸ ਥਲ ਮੈਂ ਤੀਰਥ ਸਮੁਦਾਏ, ਨਗਰ ਬਨੇਸਰ ਮੈਂ ਚਲ ਆਏ। ਦਖਨ ਦੇਸ ਮੈਂ ਤੀਰਥ ਮਹਾ, ਡੇਰੇ ਹਿਤ ਚਾਤ ਭੇਤਾਂ। ਯਾਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਚਾਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ, ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਭਾਈ ਲਖਬੀਰ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ, ਮਿਲ ਸਭ ਹਿਨਾ ਮਸਲਤ ਮਤ ਧਾਰੀ। ਸਾਰਿਆਂ ਨੇ ਮਿਲ ਕਰਕੇ ਸਲਾਹ ਕੀਤੀ, ਮੰਤਰ ਸਿੱਧ ਨ ਹੋਏ ਵਿਚਾਰੀ। ਜਿਹੜਾ ਨੰਦ ਵੰਸ਼ ਦਾ ਰਾਜਾ ਸੀ, ਉਹਨੂੰ ਖਤਰਾ ਪੈ ਗਿਆ ਕਿ ਮੇਰਾ ਰਾਜ ਨਾ ਖੋਹ ਲੈਣ। ਬ੍ਰਾਹਮਣ ਜਿਹੜੇ ਉਹ ਮੰਤਰਾਂ ਦਾ ਜਾਪ ਕਰ ਰਹੇ ਨੇ, ਤੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਵੀ ਐਸਾ ਉਪਾਅ ਕੀਤਾ ਜਾਵੇ ਵੀ ਬ੍ਰਾਹਮਣਾਂ ਦੇ ਮੰਤਰ ਸਿੱਧ ਨਾ ਹੋਣ। ਇਹ ਜਿਹੜੇ ਮੰਤਰ ਪੜ੍ਹਦੇ ਨੇ ਇਹ ਸਿੱਧ ਨਾ ਹੋਣ। ਇਹ ਵਿਚਾਰ ਕੀਤੀ ਵੀ ਜਿਹੜੇ ਬ੍ਰਾਹਮਣ ਮੰਤਰ ਵਿਦਿਆ ਵਿੱਚ ਚਤੁਰ ਹਨ, ਉਹਨਾਂ ਨੂੰ ਕੇਸਾਂ ਤੋਂ ਰਹਿਤ ਕਰ ਦਿਓ। ਸਿਰ ਮੁੰਨਣਾ ਸ਼ੂਦਰਪੁਰੇ ਦੀ ਨਿਸ਼ਾਨੀ ਹੈ। ਇਸ ਕਰਕੇ ਸਿਰ ਮੁੰਨਣ ਨਾਲ ਬ੍ਰਾਹਮਣਾਂ ਦੇ ਜਿਹੜੇ ਮੰਤਰ ਹਨ ਉਹ ਸਫਲ ਨਹੀਂ ਹੋਣਗੇ।
ਇਸ ਲਈ ਇਹਨਾਂ ਸਭ ਦੇ ਸਿਰ ਮੁੰਨ ਦਿਓ, ਕਿਸੇ ਬ੍ਰਾਹਮਣ ਦੇ ਵੀ ਬਰਨੀ ਸਿੱਧ ਨਾ ਹੋਵੇ। ਜੋ ਕੋਈ ਉਪਾਅ ਕਰੇਗਾ, ਕਿਸੇ ਉਪਾਅ ਦੇ ਨਾਲ ਇਹਨਾਂ ਦੀ ਬਰਨੀ ਸਿੱਧ ਨਹੀਂ ਹੋਏਗੀ। ਇਹ ਸੁਣ ਕੇ ਰਾਜੇ ਦੇ ਮਨ ਨੂੰ ਇਹ ਗੱਲ ਚੰਗੀ ਲੱਗੀ। ਉਸਨੇ ਜਿੱਥੋਂ ਕਿੱਥੋਂ ਬ੍ਰਾਹਮਣਾਂ ਨੂੰ ਬੁਲਾ ਲਿਆ, ਆਪਣੀ ਸ਼ਕਤੀ ਕਰਕੇ ਬ੍ਰਾਹਮਣਾਂ ਦੇ ਸਿਰ ਮੁੰਨਵਾ ਦਿੱਤੇ ਨੇ। ਦਾੜੀ ਮੁੱਛਾਂ ਸਮੇਤ ਕੇਸ ਕਤਲ ਕਰ ਦਿੱਤੇ। ਕਵੀਆਂ ਤੋਂ ਸ਼ਲੋਕ ਬਣਵਾ ਕੇ ਬਹੁਤ ਗ੍ਰੰਥਾਂ ਵਿੱਚ ਲਿਖਵਾਏ। ਇਹਨਾਂ ਬ੍ਰਾਹਮਣਾਂ ਨੇ ਜਾਂ ਸਾਰੇ ਦੇਸ਼ ਵਿੱਚ ਬ੍ਰਾਹਮਣਾਂ ਦੇ ਸਿਰ ਮੁੰਨੇ ਗਏ, ਕੇਸ ਕੱਟੇ ਗਏ। ਤਾਂ ਇਹ ਸਿਰ ਮੁੰਨੇ ਬ੍ਰਾਹਮਣ ਜਿਹੜੇ ਸਨ, ਇਹ ਸਿਰ ਮੁੰਨਣਾ ਵੀ ਧਰਮ ਦਾ ਕਾਰਜ ਕਹਿਣ ਲੱਗ ਪਏ। ਫਿਰ ਇਹਨੂੰ ਧਰਮ ਦਾ ਕਾਰਜ ਬਣਾ ਕੇ ਫਿਰ ਮੁੰਡਨ ਸੰਸਕਾਰ ਦਾ ਨਾਂ ਦਿੱਤਾ ਗਿਆ। ਪੜ੍ਹ ਕੇ ਸ਼ਲੋਕ ਸੁਣਾਉਂਦੇ ਸਨ। ਖੱਤਰੀਆਂ ਦੇ ਵੀ ਕੇਸ ਨਾਸ਼ ਕਰ ਦਿੰਦੇ ਸਨ, ਵੈਸ਼ਾਂ ਦੇ ਵੀ ਨਾਸ਼ ਕਰ ਦਿੰਦੇ ਸਨ। ਸਾਰੇ ਜਿਹੜੇ ਲੋਕ ਉਹ ਪਸ਼ੂਆਂ ਵਾਂਗ ਹੋ ਗਏ। ਪਠਨ ਸ਼ਲੋਕ ਲਸ਼ਟਕਾਂ ਹੱਥੈ, ਜਿਤ ਕੋ ਚਾਹੇ ਚਲਾਵੇਂ ਤਿਤੈ। ਹੁਣ ਸ਼ਲੋਕਾਂ ਦੇ ਪੜ੍ਹਨ ਰੂਪੀ ਇਹ ਸੋਟਾ ਮਾਰਦੇ ਸਨ। ਜਿੱਦਾਂ ਪਸ਼ੂ ਨੂੰ ਕਿਸੇ ਪਾਸੇ ਤੋਂ ਮੋੜਨਾ ਹੋਵੇ ਨਾ, ਕਿ ਉਹਨੂੰ ਸੋਟਾ ਮਾਰਿਆ ਜਾਂਦਾ। ਅਤੇ ਬ੍ਰਾਹਮਣ ਕਿਹੜਾ ਸੋਟਾ ਮਾਰਦੇ ਸਨ? ਸ਼ਲੋਕ ਪੜ੍ਹਨ ਦਾ, ਮੰਤਰ ਪੜ੍ਹਨ ਦਾ। ਜਿਸ ਪਾਸੇ ਚਾਹੁੰਦੇ ਸਨ ਉੱਧਰ ਹੀ ਲਾ ਲੈਂਦੇ ਸਨ। ਬੜਾ ਵਿਤਕਰਾ ਪਾਇਆ। ਜਨੇਊ ਪਹਿਨਣ ਵਿੱਚ ਵੀ ਵਿਤਕਰਾ, ਔਰ ਧਾਰਮਿਕ ਗ੍ਰੰਥ ਪੜ੍ਹਨ ਵਿੱਚ ਵੀ ਵਿਤਕਰਾ, ਔਰ ਖੂਹ ਦੇ ਉੱਤੇ ਕੋਈ ਸ਼ੂਦਰ ਜਿਹੜਾ ਉਹ ਪਾਣੀ ਨਹੀਂ ਸੀ ਭਰ ਸਕਦਾ, ਇੱਥੇ ਵੀ ਵਿਤਕਰਾ। ਕਹਿੰਦੇ ਬ੍ਰਾਹਮਣ ਆਪਣੇ ਸਿਰ ਮੁੰਨਵਾ ਲੈ ਅਤੇ ਹੋਰ ਲੋਕਾਂ ਨੂੰ ਵੀ ਉਸੇ ਰਾਹ ਚਲਾ ਦਿੱਤਾ। ਜਗਤ ਜੂਠ ਕਉ ਅੰਗੀਕਾਰਾ, ਸੀਸ ਮੁੰਡਾਵਣ ਪੰਥ ਬਿਥਾਰਾ। ਇਹ ਦੋ ਔਗਣ ਵੱਡੇ ਜਿਹੜੇ ਹਿੰਦੁਸਤਾਨ ਵਿੱਚ ਆ ਗਏ। ਇੱਕ ਜਗਤ ਜੂਠ ਤੰਬਾਕੂ ਨੂੰ ਵਰਤਣਾ, ਅਤੇ ਦੂਜਾ ਕੇਸ ਕਤਲ ਕਰ ਲੈਣੀ। ਨਹੀਂ ਤਾਂ ਸਾਰਿਆਂ ਦੇ ਪਹਿਲਾਂ ਕੇਸ ਹੁੰਦੇ ਸਨ। ਜਿੰਨੇ ਵੀ ਰਿਸ਼ੀ ਮੁਨੀ ਹੋਏ ਨੇ ਸਾਰਿਆਂ ਦੇ ਕੇਸ ਸਨ। ਸੰਗਤ ਸੁਣ ਰਹੀ ਹੈ ਅਤੇ ਗੁਰੂ ਸਾਹਿਬ ਜੀ ਸਾਰਿਆਂ ਨੂੰ ਕਹਿੰਦੇ ਕਿ ਖਾਲਸਾ ਜੀ ਸੁਣੋ, ਉਸ ਸਮੇਂ ਤੋਂ ਐਸੀ ਰੀਤ ਚੱਲੀ ਹੈ, ਜਿਹੜਾ ਕਲਯੁਗ ਦੇ ਵਿੱਚ ਉਲਟ ਫੇਰ ਕੀਤਾ ਸੀ, ਪ੍ਰਤੀ ਦਿਨ ਵੱਧ ਰਿਹਾ ਹੈ। ਪਹਿਲਾਂ ਇੱਦਾਂ ਸੀ ਕਿ ਹਿੰਦੂ ਧਰਮ ਦੇ ਵਿੱਚ ਇੱਕ ਬੱਚੇ ਦੇ ਕੇਸ ਰੱਖ ਲੈਂਦੇ ਸਨ ਅਤੇ ਬਾਕੀਆਂ ਦੇ ਕਟਵਾ ਦਿੰਦੇ ਸਨ। ਹੌਲੀ ਹੌਲੀ ਫਿਰ ਸਾਰੇ ਕੇਸ ਕਟਵਾਉਣ ਲੱਗ ਪਏ ਅਤੇ ਹੱਦ ਉਦੋਂ ਮੁੱਕ ਗਈ ਜਦੋਂ ਸਿੱਖਾਂ ਦੇ ਬੱਚੇ ਵੀ ਕੇਸ ਕਟਾਉਣ ਲੱਗ ਪਏ। ਜਦੋਂ ਗੱਲ ਸ਼ੁਰੂ ਹੋਈ, ਸਿੱਖਾਂ ਨੇ ਬੇਨਤੀ ਕੀਤੀ ਹੈ ਗੁਰੂ ਸਾਹਿਬ ਜੀ ਨੂੰ ਵੀ ਪਹਿਲੇ ਯੁੱਗਾਂ ਵਿੱਚ ਸਾਬਤ ਸੂਰਤ ਹੁੰਦੇ ਸੀ, ਅਤੇ ਹੁਣ ਕਿਉਂ ਸਾਰੇ ਵਰਨ ਜਿਹੜੇ ਨੇ ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਹ ਕੇਸ ਕਟਾਈ ਜਾਂਦੇ ਨੇ, ਕਿਉਂ ਸਾਰੇ ਮੋਨੇ ਹੋ ਗਏ ਨੇ? ਅਤੇ ਗੁਰੂ ਸਾਹਿਬ ਨੇ ਫਿਰ ਇਹ ਨੰਦ ਰਾਜੇ ਵਾਲੀ ਜਿਹੜੀ ਗੱਲ ਹੈ ਇਹਨੂੰ ਸੁਣਾਉਣਾ ਕੀਤਾ ਅਤੇ ਕਹਿਣ ਲੱਗੇ, ਮਹੀਪਤ ਦੀਨੋ ਦੰਡ ਜੋ ਸੋ ਅਬ ਧਰਮ ਸਥਾਪ। ਨੰਦ ਵੰਸ਼ ਦੇ ਰਾਜੇ ਨੇ ਜਿਹੜਾ ਦੰਡ ਦਿੱਤਾ ਸੀ, ਲੋਕਾਂ ਨੇ ਸਿਰ ਮੁੰਨਣ ਨੂੰ ਆਪਣਾ ਧਰਮ ਸਥਾਪਨ ਕਰ ਲਿਆ। ਅਨੇਕਾਂ ਜੁਗਤਾਂ ਨਾਲ
ਲੜਦੇ ਸਨ, ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਚਾਹੁੰਦੇ ਸਨ। ਜਿਵੇਂ ਚੋਰਾਂ ਠੱਗਾਂ ਨੂੰ ਬੰਨ੍ਹਣ ਵਾਸਤੇ ਸੰਗਲ ਬਣਾਉਂਦੇ, ਤਿਵੇਂ ਜਗਤ ਦੇ ਲੋਕਾਂ ਨੂੰ ਬੰਨ੍ਹਣ ਵਾਸਤੇ ਇਹਨਾਂ ਬ੍ਰਾਹਮਣਾਂ ਨੇ ਸਵਰਗ ਨਰਕ ਦੇ ਸੰਗਲ ਪਾਏ ਨੇ। ਤੇ ਜਿਹੜੇ ਰੱਬ ਦੇ ਪਿਆਰੇ, ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ, ਕਮਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਆਮ ਮਨੁੱਖ ਦੀ ਦੌੜ ਹੈ ਕਿ ਮੈਨੂੰ ਸਵਰਗ ਪ੍ਰਾਪਤ ਹੋ ਜਾਏ, ਪਰ ਰੱਬ ਦੇ ਪਿਆਰਿਆਂ ਨੇ ਸਵਰਗ ਵੀ ਠੁਕਰਾ ਦਿੱਤਾ। ਕਹਿੰਦੇ ਸਾਡੇ ਉੱਤੇ ਗੁਰੂ ਦੀ ਕਿਰਪਾ ਬਣੀ ਰਵੇ, ਚਰਨ ਕਮਲਾਂ ਨਾਲ ਜੁੜੇ ਰਹੀਏ, ਸਾਡੇ ਵਾਸਤੇ ਇਹੀ ਸਵਰਗ ਹੈ। ਕਬੀਰ ਸਾਹਿਬ ਜੀ ਕਹਿੰਦੇ, ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਮਨੁੱਖ ਆਪਣੇ ਜੀਵਨ ਵਿੱਚ ਕਮਾਈ ਕਰਦਾ ਹੈ ਤੇ ਅਮੀਰ ਬਣਨ ਦੀ ਲਾਲਸਾ ਉਹਦੇ ਮਨ ਵਿੱਚ ਹੁੰਦੀ, ਫਿਰ ਕਹਿੰਦਾ ਮੈਨੂੰ ਰਾਜ ਮਿਲ ਜੇ, ਮੈਂ ਰਾਜ ਭਾਗ ਪ੍ਰਾਪਤ ਕਰਾਂ। ਲੋਕ ਸਾਂਝ ਬਣਾਉਂਦੇ ਨੇ ਇਲਾਕੇ ਦਾ ਜਿਹੜਾ ਵੱਡਾ ਲੀਡਰ ਹੈ ਉਹਦੇ ਨਾਲ, ਉਥੋਂ ਫਿਰ ਉਹਦੇ ਤੋਂ ਵੱਡੇ ਲੀਡਰ ਨਾਲ, ਫਿਰ ਪ੍ਰਧਾਨ ਮੰਤਰੀ ਤੱਕ। ਕਿਸੇ ਦੇਸ਼ ਵਿੱਚ ਰਾਜੇ ਨੇ, ਕਿਤੇ ਪ੍ਰਧਾਨ ਮੰਤਰੀ ਨੇ, ਗੱਲ ਇੱਕੋ ਹੀ ਹੈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਕਹਿੰਦੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਕਹਿੰਦੇ ਕਿ ਨਰਕ ਸਵਰਗ ਦੇ ਸੰਗਲ ਇਹਨਾਂ ਨੇ ਪਾ ਦਿੱਤੇ ਪ੍ਰਜਾ ਨੂੰ, ਪਰ ਸੰਤਾਂ ਭਗਤਾਂ ਭਗਵੰਤਾਂ ਦੇ ਸਿਰ ਸਵਰਗ ਨਰਕ ਦੇ ਦੁੱਖ ਜੋੜੇ ਨਹੀਂ ਜਾਂਦੇ। ਜਿਵੇਂ ਰਾਜੇ ਦੇ ਮਸਾਹਿਬ ਤੇ ਅਹਿਲਕਾਰ ਉਹਦੇ ਅੱਗੇ ਅਟਕਦੇ ਨਹੀਂ, ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੇ ਅੱਗੇ ਵੀ ਦੁੱਖ ਰੋਗ ਅਟਕਦੇ ਨਹੀਂ। ਜੇ ਦੁੱਖ ਆ ਜਾਏ ਤੇ ਰੱਬ ਦੇ ਪਿਆਰੇ ਨੂੰ, ਗੁਰੂ ਦੇ ਸੇਵਕ ਨੂੰ, ਉਹ ਦੁੱਖ ਦੁਖੀ ਨਹੀਂ ਕਰ ਸਕਦਾ। ਜਿੱਦਾਂ ਆਪਾਂ ਗੱਲ ਕੀਤੀ ਕਿ ਦੁੱਖ ਬੜੇ ਵੱਡੇ ਸਨ, ਦੇਗ ਵਿੱਚ ਬਿਠਾ ਕੇ ਉਬਾਲ ਦੇਣਾ ਆਲੂ ਵਾਂਗੂ, ਆਰੇ ਦੇ ਨਾਲ ਦੋ ਫਾੜ ਕਰ ਦੇਣਾ, ਰੂੰ ਬੰਨ੍ਹ ਕੇ ਅੱਗ ਲਾਉਣੀ, ਕਿਉਂਕਿ ਹੌਲੀ ਹੌਲੀ ਸਾੜਦੀ ਤਨ ਨੂੰ। ਤੇ ਹੋ ਸਕਦਾ ਹੈ ਇਸਲਾਮ ਕਬੂਲ ਕਰ ਲੈ, ਪਰ ਗੁਰੂ ਘਰ ਦੇ ਉਹ ਲਿਖਾਰੀ ਧੰਨ ਭਾਈ ਸਤੀ ਦਾਸ ਜੀ, ਜਿਨ੍ਹਾਂ ਨੇ ਉਹ ਦੁੱਖ ਤੇ ਸਹਾਰ ਲਿਆ ਪਰ ਵੈਰੀ ਦੀ ਈਣ ਨਹੀਂ ਮੰਨੀ। ਇਹ ਦੁੱਖ ਬੜੇ ਵੱਡੇ ਸਨ, ਪਰ ਗੁਰੂ ਦੇ ਸਿੱਖਾਂ ਨੂੰ ਦੁਖੀ ਨਹੀਂ ਕਰ ਸਕੇ। ਤੇ ਕਵੀ ਜੀ ਕਹਿੰਦੇ ਨੇ, ਸਗਲ ਈਸ਼ਤਾ ਗਿਆਨ ਕੀ, ਭਗਤ ਰਾਜ ਕੀ ਮੰਡ, ਜੋਤ ਵਿਕਾਰ ਪਰਜਾ ਸਰਬ, ਵਿਪਲ ਦੁੱਖ ਕਰਮ ਕੰਡ। ਗਿਆਨ ਦੀ ਪ੍ਰਾਪਤੀ ਸਾਰੀ ਈਸ਼ਵਰਤਾ ਹੈ। ਜੇ ਕਿਸੇ ਨੂੰ ਗਿਆਨ ਪ੍ਰਾਪਤ ਹੋਇਆ ਤੇ ਰੱਬ ਦਾ ਧੰਨਵਾਦ ਕਰੇ, ਅਹੰਕਾਰ ਨਾ ਕਰੇ। ਭਗਤੀ ਦੀ ਪ੍ਰਾਪਤੀ ਪ੍ਰਤਾਪ ਨੂੰ ਵਧਾਉਣ ਵਾਲੀ ਹੈ। ਕੋਈ ਭਗਤੀ ਕਰੇ ਤੇ ਉਹਦਾ ਪ੍ਰਤਾਪ ਵੱਧਦਾ ਹੈ। ਕਹਿੰਦੇ ਜੋਤ ਵਿਕਾਰ ਪਰਜਾ ਸਰਬ, ਹੋਰ ਸਾਰੀ ਪਰਜਾ ਜਿਹੜੀ ਉਹ ਵਿਕਾਰਾਂ ਦੇ ਸਹਿਤ ਹੈ, ਉਹ ਮਹਾਨ ਦੁੱਖ ਵਿੱਚ ਹੈ। ਤੀਰਥ ਇਸ਼ਨਾਨ ਜਪ ਤਪ ਦਕਸ਼ਨਾ ਨੇਮ ਸੰਜਮ ਦਾਨ ਦੇਣੇ ਵਰਨ ਆਸ਼ਰਮ ਲਈ ਇਹ ਵਿਧੀ ਬ੍ਰਹਮਾ ਨੇ ਵੇਦ ਰਚ ਕੇ ਮਰਿਆਦਾ ਬੰਨੀ। ਮਨ ਨੂੰ ਮਨ, ਇੰਦਰੀਆਂ ਨੂੰ ਇੰਦਰੇ, ਬੁੱਧੀ ਵਿੱਚ ਬੁੱਧੀ, ਬੁੱਧੀ ਵਿੱਚ ਬੁੱਧੀ ਨੂੰ ਸਮਝ ਕੇ, ਸੱਚ ਸਮਝ ਕੇ ਅਕਥ ਰਹਿਣਾ ਹੈ।
ਈਸ਼ਵਰ ਦੀ ਭੇਦਤਾ ਹੈ। ਇਹ ਜੋ ਜੀਵ ਈਸ਼ਵਰ ਦੀ ਭੇਦਤਾ ਹੈ, ਮੂਰਖਾਂ ਦੇ ਹਿਰਦੇ ਨੂੰ ਉਲਟਾ ਹੀ ਅਸਰ ਕਰਦੀ ਹੈ। ਉਹ ਮਨੁੱਖ ਸਿਆਣਾ ਨਹੀਂ ਮੰਨਿਆ ਜਾ ਸਕਦਾ ਜਿਹੜਾ ਕਵੇ ਕਿ ਮੈਂ ਵੱਖਰਾ ਵਾਂ ਤੇ ਰੱਬ ਵੱਖਰਾ ਵਾ, ਮੇਰੀ ਹੋਂਦ ਵੱਖਰੀ ਹੈ। ਸਮੁੰਦਰ ਵਿੱਚੋਂ ਉੱਠੀ ਹੋਈ ਛੱਲ ਕਵੇ ਕਿ ਮੇਰੀ ਹੋਂਦ ਵੱਖਰੀ, ਮੈਂ ਉੱਚੀ ਹਾਂ ਸਮੁੰਦਰ ਨੀਵਾਂ ਹੈ, ਤੇ ਉਹਦੀ ਬੇਸਮਝੀ ਹੈ। ਵੇਖਦਿਆਂ ਵੇਖਦਿਆਂ ਉਸੇ ਸਮੁੰਦਰ ਵਿੱਚ ਮਿਲ ਜਾਂਦੀ ਹੈ। ਤੇ ਜੇ ਕੋਈ ਵੱਖ ਹੋ ਜਾਏ, ਉਹਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ, ਕਿਉਂ ਆਪਣੇ ਅਸਲੇ ਨਾਲੋਂ ਵਿਛੜ ਗਈ ਹੈ। ਲੋਕ ਉੱਥੋਂ ਲੰਘਦੇ ਨੇ ਤੇ ਨੱਕ 'ਤੇ ਕੱਪੜਾ ਰੱਖ ਕੇ ਲੰਘਦੇ ਨੇ, ਥੁੱਕਾਂ ਪਾਉਂਦੇ ਨੇ, ਕਿਉਂਕਿ ਅਸਲੇ ਨਾਲੋਂ ਟੁੱਟ ਗਈ ਹੈ। ਜਿਸ ਦਿਨ ਬੰਦਾ ਰੱਬ ਨਾਲੋਂ ਟੁੱਟ ਜਾਂਦਾ ਹੈ, ਇਹਦੇ ਜੀਵਨ ਵਿੱਚੋਂ ਵੀ ਵਿਕਾਰਾਂ ਦੀ ਦੁਰਗੰਧ ਆਉਂਦੀ ਹੈ। ਲੋਕ ਇਹਦੇ ਜੀਵਨ ਉੱਤੇ ਵੀ ਥੁੱਕਾਂ ਪਾਉਂਦੇ, ਫਟਕਾਰਾਂ ਪਾਉਂਦੇ ਹਨ। ਇਸ ਵਾਸਤੇ ਭਾਈ ਰਾਮ ਕੌਰ ਜੀ ਕਹਿੰਦੇ ਕਿ ਸਤਿਗੁਰੂ ਜੀ ਦੇ ਮੁਖ ਤੋਂ ਸਾਰੀ ਗੱਲ ਸੁਣ ਕੇ ਸਾਰੇ ਸੰਸੇ ਰਹਿਤ ਹੋ ਗਏ। ਫਿਰ ਸਤਿਗੁਰੂ ਜੀ ਉੱਠੇ ਤੇ ਹੈ ਬੇਗੀ ਨਾਮੇ ਘੋੜੇ ਦੇ ਉੱਤੇ, ਜਿਹੜਾ ਹਵਾ ਨਾਲੋਂ ਵੀ ਤਿੱਖਾ ਸੀ, ਉਹਦੇ 'ਤੇ ਨਜ਼ਰਾਂ ਪਾਈਆਂ ਗੁਰੂ ਸਾਹਿਬ ਨੇ। ਉਸ ਘੋੜੇ ਨੂੰ ਵੇਖਣ ਲੱਗੇ ਨੇ। ਇਸ ਪ੍ਰਕਾਰ ਸਿੱਖਾਂ ਨੂੰ ਉਪਦੇਸ਼ ਦਿੰਦੇ ਸਨ। ਉੱਤਮ ਭਾਗਾਂ ਵਾਲੇ ਗੁਰੂ ਜੀ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰਦੇ ਸਨ। ਫਿਰ ਗੁਰੂ ਸਾਹਿਬ ਜੀ ਸਿੱਖਾਂ ਨਾਲ ਸ਼ਿਕਾਰ ਖੇਡਣ ਜਾਂਦੇ ਸਨ ਔਰ ਜੰਗਲ ਦੇ ਵਿੱਚ ਸ਼ਿਕਾਰ ਖੇਡਦੇ ਰਹਿੰਦੇ। ਕਈ ਸੰਗਤਾਂ ਨੂੰ, ਜਿਹੜੇ ਦੁੱਖ ਦੇਣ ਵਾਲੇ ਪਿੰਡ ਸਨ, ਜਿਨ੍ਹਾਂ ਨੇ ਸੰਗਤਾਂ ਨੂੰ ਲੁੱਟਿਆ, ਗੁਰੂ ਦੇ ਖਾਲਸੇ ਨੇ ਉਹਨਾਂ ਪਿੰਡਾਂ ਨੂੰ ਲੁੱਟਿਆ। ਭੀਮ ਚੰਦ ਬੜਾ ਵੇਖ ਕੇ ਦੁਖੀ ਹੁੰਦਾ ਸੀ, ਪਰ ਲੜ ਨਹੀਂ ਸੀ ਸਕਦਾ ਕਿਉਂਕਿ ਡਰਦਾ ਸੀ। ਬੜੀ ਵੱਡੀ ਹਾਰ ਹੋਈ ਹੈ। ਪਿੱਛੇ ਆਪਾਂ ਉਹ ਜੰਗ ਵਾਲਾ ਪ੍ਰਸੰਗ ਸਾਂਝਾ ਕੀਤਾ ਸੀ। ਭੀਮ ਚੰਦ ਬੜਾ ਦੁਖੀ ਹੁੰਦਾ ਹੈ, ਲੜ ਨਹੀਂ ਸਕਦਾ ਕਿਉਂਕਿ ਡਰਦਾ ਹੈ। ਗੁਰੂ ਸਾਹਿਬ ਇੱਧਰ ਸ਼ਸਤਰ ਵਿੱਦਿਆ ਸਿਖਾਉਂਦੇ ਨੇ ਸਿੰਘਾਂ ਨੂੰ ਕਿ ਜੇ ਯੁੱਧ ਹੋਇਆ ਤੇ ਇਹ ਹਥਿਆਰ ਚਲਾਉਣਗੇ, ਫਿਰ ਸ਼ਕਤੀ ਨਾਲ ਧਰਤੀ ਦਾ ਰਾਜ ਲੈਣਗੇ। ਜਿਨ੍ਹਾਂ ਦਾ ਚਿੱਤ ਸਦਾ ਯੁੱਧ ਕਰਨ ਨੂੰ ਚਾਹੁੰਦਾ ਸੀ, ਐਸੇ ਗੁਰੂ ਜੀ। ਇਸ ਕਰਕੇ ਅਨੇਕ ਪ੍ਰਕਾਰ ਦਾ ਬਖੇੜਾ ਪਹਾੜੀ ਰਾਜਿਆਂ ਨੇ ਪਾਇਆ ਹੋਇਆ ਸੀ। ਡਰਦਾ ਮਾਰਾ ਕੋਈ ਅੱਗੇ ਅੜਦਾ ਨਹੀਂ ਸੀ। ਪਹਾੜੀ ਰਾਜੇ ਚਾਹੁੰਦੇ ਸਨ ਕਿ ਤੁਰਕਾਂ ਦੀ ਸਹਾਇਤਾ ਮਿਲੇ, ਫਿਰ ਅਸੀਂ ਗੁਰੂ ਦੇ ਨਾਲ ਯੁੱਧ ਕਰੀਏ। ਤੁਰਕਾਂ ਨੂੰ ਬਹੁਤ ਧਨ ਭੇਜਦੇ ਰਹਿੰਦੇ ਸਨ, ਝੂਠੀਆਂ ਸੱਚੀਆਂ ਗੱਲਾਂ ਬਣਾ ਕੇ ਦੱਸਦੇ ਰਹਿੰਦੇ ਸਨ ਕਿ 10ਵੇਂ ਗੁਰੂ ਸਾਹਿਬ, ਉਹਨਾਂ ਨੇ ਧੁੰਮ ਪਾਈ ਹੋਈ ਹੈ, ਸਾਡੀਆਂ ਜ਼ਮੀਨਾਂ ਵਿੱਚ ਫਿਰਦੇ ਨੇ, ਰਾਜ ਕਰਨ ਵਾਸਤੇ ਧਰਤੀ ਖੋਹ ਲੈਂਦੇ ਨੇ, ਕਈ ਪਿੰਡ ਉਜਾੜ ਦਿੱਤੇ ਨੇ, ਲੁੱਟਦੇ ਨੇ, ਕੁੱਟਦੇ ਨੇ, ਅਸੀਂ ਮਾਰ ਖਾ ਖਾ ਕੇ ਹਾਰ ਗਏ। ਇੱਦਾਂ ਦੀਆਂ ਗੱਲਾਂ ਬਣਾ ਕੇ ਦੱਸਦੇ ਨੇ। ਕੋਈ ਔਰੰਗਜ਼ੇਬ ਦੇ ਕੋਲ ਪਹੁੰਚਦਾ, ਕੋਈ ਦਿੱਲੀ ਦੇ ਸੂਬੇਦਾਰ ਨੂੰ ਆ ਕੇ ਦੱਸਦਾ। ਇਸ ਪ੍ਰਕਾਰ ਉਹ ਗੱਲਾਂ ਬਣਾ ਬਣਾ ਕੇ ਦੱਸਦੇ ਰਹਿੰਦੇ ਨੇ। ਇੱਧਰ ਸਤਿਗੁਰੂ ਜੀ ਥਨੇਸ਼ਰ ਦੀ ਨਗਰੀ ਵਿੱਚ ਆ ਕੇ ਉਹਨਾਂ ਨੇ ਆਪਣਾ ਡੇਰਾ ਕੀਤਾ ਹੈ। ਤੀਰਥ ਦੇ ਕੋਲ ਬਹੁਤ ਇਸਤਰੀਆਂ ਪੁਰਸ਼ ਜਿਨ੍ਹਾਂ ਨੇ ਉਤਾਰਾ ਕੀਤਾ ਸੀ, ਔਰ ਜੋਗੀ ਵੀ ਬੜੇ ਉੱਥੇ ਆਏ ਹੋਏ ਨੇ, ਜਿਹੜੇ ਜਗਤ ਦੇ ਵਿੱਚ ਉਸ ਵੇਲੇ ਪ੍ਰਸਿੱਧ ਸਨ। ਜਾਂ ਜੋਗੀ ਪ੍ਰਸਿੱਧ ਸਨ, ਜਾਂ ਬ੍ਰਾਹਮਣ ਤੇ ਜਾਂ ਕਾਜੀ। ਇਹ ਤਿੰਨ ਹੀ ਮੁੱਖ ਸਨ ਉਸ ਵੇਲੇ। ਕਹਿੰਦੇ ਇਹ ਸਾਰੇ ਜੋਗੀ ਵੀ ਉੱਥੇ ਆਏ ਹੋਏ ਨੇ, ਤੇ ਉਹਨਾਂ ਦਾ ਜਿਹੜਾ ਵੱਡਾ ਮਹੰਤ ਹੈ ਉਹ ਹੈ ਮਦਨ ਲਾਲ।
ਉਹਨੇ ਸਤਿਗੁਰੂ ਜੀ ਨੂੰ ਆਉਂਦਿਆਂ ਵੇਖਿਆ ਤੇ ਉਸ ਸਮੇਂ ਅੱਗੇ ਹੋ ਕੇ ਮਿਲਿਆ ਤੇ ਮੁਖ ਤੋਂ ਆਦੇਸ਼ ਆਦੇਸ਼ ਉਚਾਰਨ ਕੀਤਾ ਹੈ। ਅੱਗੇ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਪ੍ਰਸੰਗ ਬਿਆਨ ਕਰਦੇ, ਆਪ ਜੀ ਸਰਵਣ ਕਰੋ, ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਖਰੇ ਪਏ ਅਵਲੋਕ ਗੁਸਾਈ, ਸਤਿਗੁਰ ਕੋ ਆਦੇਸ਼ ਬੁਲਾਈ। ਸਤਿਗੁਰੂ ਜੀ ਵੇਖ ਕੇ ਖੜੇ ਹੋ ਗਏ। ਜੋਗੀਆਂ ਨੇ ਸਤਿਗੁਰੂ ਜੀ ਨੂੰ ਆਦੇਸ਼ ਆਦੇਸ਼ ਉਚਾਰਨ ਕੀਤਾ ਜੀ। ਮਨ ਜੋਗੀ ਨੇ ਬੂਜਨ ਕਰੇ, ਗੁਰ ਕਾ ਸੇਰਨ ਕੋ ਤਨ ਧਰੇ। ਫਿਰ ਜੋਗੀ ਨੇ ਪੁੱਛਿਆ ਹੈ ਕਿ ਤਨ ਉੱਤੇ ਸ਼ੇਰ ਦਾ ਬੁਰਕਾ ਧਾਰਨ ਕੀਤਾ ਹੈ ਜੀ। ਕਰਨੀ ਸਿੱਧ ਹੋ ਕੀ ਸਭ ਤਾਰੀ, ਤੁਮਰੀ ਅਦਭੁਤ ਬਾਤ ਵਿਚਾਰੀ। ਜਿਹੜਾ ਬਾਣਾ ਗੁਰੂ ਸਾਹਿਬ ਜੀ ਨੇ ਆਪ ਪਾਇਆ, ਅੱਗੇ ਸਿੰਘਾਂ ਨੂੰ ਬਖਸ਼ਿਆ, ਉਹ ਵਾਕਿਆ ਹੀ ਸ਼ੇਰ ਵਾਲਾ ਬਾਣਾ ਹੈ। ਕਹਿੰਦੇ ਕਰਨੀ ਸਿੱਧਾਂ ਦੀ ਸ਼ੁਭ ਧਾਰਨ ਕੀਤੀ ਹੈ। ਤੁਹਾਡੀ ਇਹ ਅਦਭੁਤ ਗੱਲ ਉੱਤੇ ਅਸੀਂ ਵਿਚਾਰ ਕੀਤੀ ਹੈ ਜੀ। ਸਭ ਕਲਗੀ ਤਰ ਬੌਸਨ ਮਾਨਾ, ਸੁਨੋ ਨਾਥ ਯਕੀਨ ਬਖਾਨਾ। ਅੱਗੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਸਨਮਾਨ ਦੇਣਾ ਕੀਤਾ ਹੈ ਤੇ ਆਖਿਆ, ਨਾਥ ਜੀ ਸੁਣੋ ਜੀ। ਤੁਰਕ ਗੁਪਤਾਰ ਅਦਕ ਜਗ ਮਾਹੀ, ਡੰਡ ਵਿਨਾਸ਼ਤ ਹੋਏ ਸੁਨਾਹੀ। ਤੁਰਕਾਂ ਦੇ ਜ਼ੁਲਮ ਦੀ ਜਿਹੜੀ ਗੱਲਬਾਤ ਹੈ ਨਾ, ਇਸ ਜੱਗ ਦੇ ਵਿੱਚ ਬਹੁਤ ਚੱਲ ਰਹੀ ਹੈ। ਉਹ ਦੰਡ ਦੇਣ ਬਗੈਰ ਵਸ ਨਹੀਂ ਹੋਣਗੇ ਜੀ। ਲੈ ਜੋਗੇ ਚਰਚਾ ਸੋਚਵਾਏ, ਹੋਏ ਕਬੂਲ ਸਿੱਧੀ ਪਾਤਸ਼ਾਹੀ। ਤੇ ਜੋਗੀ ਨੇ ਕਿਹਾ, ਤੁਰਕਾਂ ਦੇ ਜ਼ੁਲਮ ਦੀ ਘਰ ਘਰ ਚਰਚਾ ਚੱਲ ਰਹੀ ਹੈ ਕਿ ਤੁਰਕ ਜਿਹੜੇ ਨੇ ਬੜਾ ਜ਼ੁਲਮ ਕਰ ਰਹੇ ਹਨ। ਤੇ ਗੁਰੂ ਸਾਹਿਬ ਜੀ ਨੂੰ ਜੋਗੀ ਕਹਿੰਦਾ ਹੈ, ਹੇ ਪਾਤਸ਼ਾਹ, ਆਪਦੀ ਭਾਵਨਾ ਪਰਮੇਸ਼ਰ ਦਰ ਪ੍ਰਵਾਨ ਕਰੇ। ਇਹ ਜੇ ਤੁਹਾਡੀ ਭਾਵਨਾ ਨਾ ਵੀ ਜਿੰਨਾ ਚਿਰ ਤੁਰਕਾਂ ਨੂੰ ਦੰਡ ਨਾ ਦਿੱਤਾ ਉਹਨਾਂ ਚਿਰ ਬਾਜ ਨਹੀਂ ਆਉਣਗੇ, ਇਹ ਭਾਵਨਾ ਤੁਹਾਡੀ ਪ੍ਰਮਾਤਮਾ ਆਪਣੇ ਦਰ 'ਤੇ ਪ੍ਰਵਾਨ ਕਰੇ, ਆਪ ਨੂੰ ਕਾਰਜ ਦੀ ਸਿੱਧੀ ਪ੍ਰਾਪਤ ਹੋਵੇ ਜੀ। ਰਹਿਣੀ ਸਿੱਧ ਨਾਨਕ ਕੇ ਫਕੀਰ, ਖੇਰ ਜਪੇਖ ਕਾਜ ਦਸਤਗੀਰ। ਕਿਉਂਕਿ ਹੇ ਗੁਰੂ ਨਾਨਕ ਦੇ ਫਕੀਰ, ਰਹਿਣੀ ਆਪਦੀ ਠੀਕ ਸਿੱਧਾਂ ਵਾਲੀ ਹੈ ਜੀ। ਜੋ ਦਿਲ ਨੇ ਕੀ ਹੋਏ ਜਵਾਲ, ਕਰਨੀ ਕੁਦਰਤ ਕੇ ਰਖਿਆਲ। ਤੇ ਆਪ ਜੀ ਦਾ ਬਾਹਰਲਾ ਜਿਹੜਾ ਬਾਣਾ ਹੈ ਉਹ ਸ਼ੇਰਾਂ ਵਾਲਾ ਹੈ। ਇਹ ਵੇਸ ਪ੍ਰਜਾ ਦੀ ਮਦਦ ਵਾਸਤੇ ਤੁਸੀਂ ਧਾਰਨ ਕੀਤਾ ਹੈ। ਜਿਉਂ ਦਿਲ ਨੇਕੀ ਹੋਏ ਜਵਾਲ, ਜਦ ਆਪਦੇ ਦਿਲ ਵਿੱਚ ਨੇਕੀ ਹੈ ਤੇ ਤੁਰਕਾਂ ਦਾ ਜ਼ਰੂਰ ਨਾਸ ਹੋਵੇਗਾ। ਕਰਨੀ ਕੁਦਰਤ ਕੇਰ ਖਿਆਲ, ਤੁਹਾਡੀ ਕਰਨੀ ਕੁਦਰਤ ਦੇ ਖਿਆਲ ਦੇ ਅਨੁਕੂਲ ਹੈ। ਭਾਵ ਕੁਦਰਤ ਸਦਾ ਜ਼ੁਲਮ ਦਾ ਨਾਸ ਕਰਦੀ ਹੈ ਜੀ। ਇਮ ਕੈ ਸੁਨ ਕੇ ਆਪ ਸੰਕ ਮਹੀਐ, ਰੀਜੇ ਦੋ ਦਿਸ ਆਨੰਦ ਲਹੀਐ। ਇਸ ਪ੍ਰਕਾਰ ਆਪਸ ਵਿੱਚ ਕਹਿ ਸੁਣ ਕੇ, ਭਾਵ ਗੱਲਬਾਤ ਕਰਕੇ ਦੋਵੇਂ ਰੀਝ ਪਏ, ਖੁਸ਼ ਹੋਏ, ਪ੍ਰਸੰਨ ਹੋਏ ਤੇ ਵੱਡਾ ਆਨੰਦ ਪ੍ਰਾਪਤ ਕੀਤਾ ਹੈ ਜੀ। ਬੋਲਿਓ ਨਾਥ ਬਿਨੇ ਤੇ ਸਾਹਿਤ, ਕੁਛ ਜੋ ਕੀਤੀ ਚੈਤ ਹਮਾਇਤ। ਤੇ ਫਿਰ ਜਿਹੜਾ ਜੋਗੀ ਸੀ ਉਹ ਬੇਨਤੀ ਕਰਕੇ ਬੋਲਿਆ ਹੈ। ਮਦਨ ਲਾਲ ਵੱਡਾ ਮਹੰਤ ਸੀ ਜੋਗੀਆਂ ਦਾ। ਕੀ ਕੁਝ ਜੋਗੀਆਂ ਦੀ ਹਮਾਇਤ ਦੀ ਲੋੜ ਹੈ?
ਸਤਿਗੁਰੂ ਨੇ ਜਿਹੜੀ ਗੱਲ ਕਹੀ ਸੀ ਨਾ ਵੀ ਤੁਰਕ ਜਿਹੜੇ ਨੇ ਇਹ ਬੜਾ ਜ਼ੁਲਮ ਕਰ ਰਹੇ ਨੇ ਅਤੇ ਜਿੰਨਾ ਚਿਰ ਇਹਨਾਂ ਨੂੰ ਦੰਡ ਨਾ ਦਿੱਤਾ ਉਹਨਾਂ ਚਿਰ ਇਹ ਬਾਜ ਨਹੀਂ ਆਉਣਗੇ। ਅਤੇ ਇਹ ਜੋਗੀ ਕਹਿੰਦਾ ਵੀ ਸਾਡੀ ਵੀ ਕੋਈ ਮਦਦ ਦੀ ਲੋੜ ਹੈ, ਸਤਿਗੁਰੂ ਅਸੀਂ ਵੀ ਕੋਈ ਯੋਗਦਾਨ ਪਾਈਏ ਜੀ। ਮੇਲ ਸ਼ਿਕਾਰਤ ਰਾਵਰ ਤੇਰਾ, ਸੁਨ ਬੋਲੇ ਸਤਿਗੁਰ ਤਿਸ ਬੇਰਾ। ਤਾਂ ਜੋ ਸਾਡਾ ਆਪ ਜੀ ਨੂੰ ਮਿਲਣਾ ਸਕਾਰਤ ਹੋ ਜਾਵੇ। ਇਹ ਸੁਣ ਕੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਹਨ ਜੀ, ਹਰ ਕਾ ਮੁੰਡ ਦਵੈ ਬਰਕਸ, ਖਾਲਸਾ ਬਲੀ ਸੋ ਕਸੇ ਤਰਕਸ। ਫਿਰਕਾ ਸਾਡਾ ਜਿਹੜਾ ਉਹ ਕੇਸਾਧਾਰੀ ਹੈ। ਇਸ ਕਰਕੇ ਹਿੰਦੂ ਤੁਰਕ ਦੋਵਾਂ ਨਾਲੋਂ ਵੱਖਰਾ ਹੈ। ਕਿਤੇ ਨਾ ਕਿਤੇ ਜਿਹੜੇ ਤੁਰਕ ਸਨ ਉਹ ਵੀ ਕੇਸ ਕੱਟਦੇ ਸਨ, ਮਛਹਿਰੇ ਆਦਿ ਕੱਟਣ ਦਾ ਰਿਵਾਜ ਉਹਨਾਂ ਵਿੱਚ ਵੀ, ਹਿੰਦੂ ਧਰਮ ਦੇ ਲੋਕ ਵੀ। ਅਤੇ ਗੁਰੂ ਸਾਹਿਬ ਕਹਿੰਦੇ ਸਾਡਾ ਖਾਲਸਾ ਅਤੇ ਕੇਸਾਧਾਰੀ ਇਸ ਵਾਸਤੇ ਦੋਵਾਂ ਤੋਂ ਵੱਖਰਾ ਹੈ। ਖਾਲਸੇ ਇਸ ਕਰਕੇ ਇਕੱਲਾ ਹੀ ਬਲੀ ਹੈ ਖਾਲਸਾ, ਕਿਸੇ ਦੀ ਮਦਦ ਦੀ ਲੋੜ ਨਹੀਂ ਹੈ। ਖਾਲਸਾ ਦੁਸ਼ਮਣ ਦੇ ਸਾਹਮਣੇ ਖੂਬ ਤੀਰ ਚਲਾਵੇਗਾ ਜੀ। ਸੁਨ ਜੋਗੀ ਨੇ ਬਾਕ ਬਖਾਨਾ, ਮੋਹਿ ਦਿਖਾਵੋ ਸੋਰੋ ਬਾਨਾ। ਇਹ ਸੁਣ ਕੇ ਜੋਗੀ ਨੇ ਕਿਹਾ ਮੈਨੂੰ ਤੀਰ ਚਲਾ ਕੇ ਵਿਖਾਓ, ਮੋਹਿ ਦਿਖਾਵੋ ਸ਼ੋਰੋ ਬਾਨਾ। ਆਪਣੇ ਧਨੁੱਖ ਦੇ ਵਿੱਚੋਂ ਇੱਕ ਤੀਰ ਛੱਡੋ ਤੇ ਮੈਂ ਵੇਖਣਾ ਚਾਹੁੰਦਾ ਹਾਂ ਜੀ। ਧਨ ਵਿਦਿਆ ਮੈਂ ਸੁਨੋ ਵਿਸਾਲਾ, ਜਾਂ ਤੇ ਚਾਹੋ ਪਿਖਨ ਇਸ ਕਾਲਾ। ਧਨ ਤੋਂ ਭਾਵ ਇੱਥੇ ਹੈ ਧਨੁੱਖ। ਕਹਿੰਦੇ ਤੁਸੀਂ ਧਨੁੱਖ ਦੀ ਕਮਾਨ ਦੀ ਜਿਹੜੀ ਵਿਦਿਆ ਵਾ ਉਹਦੇ ਵਿੱਚ ਬਹੁਤ ਚਤਰ ਮੈਂ ਸੁਣਿਆ ਹੈ, ਬੜੇ ਪ੍ਰਵੀਨ ਹੋ, ਨਿਪੁੰਨ ਹੋ ਤੁਸੀਂ। ਇਸ ਕਰਕੇ ਇਸ ਸਮੇਂ ਮੈਂ ਵੇਖਣਾ ਚਾਹੁੰਦਾ ਹਾਂ ਜੀ। ਤਬ ਸਤਿਗੁਰ ਸਰਗੁਣ ਪਰ ਧਰ ਕੇ, ਐਜ ਤਨੁਖ ਸੋਰੇ ਹੋ ਬਲ ਕਰਕੇ। ਫਿਰ ਗੁਰੂ ਜੀ ਨੇ ਇੱਕ ਤੀਰ ਕੱਢਿਆ ਤੇ ਉਹਨੂੰ ਚਿਲੇ ਦੇ ਉੱਤੇ ਰੱਖਣਾ ਕੀਤਾ ਹੈ। ਚਿਲੇ ਤੇ ਧਰ ਕੇ ਧਨੁੱਖ ਨੂੰ ਖਿੱਚ ਕੇ, ਬਾਣ ਨੂੰ ਚਿਲੇ ਤੇ ਰੱਖ ਕੇ ਖਿੱਚ ਕੇ ਬੜੀ ਸ਼ਕਤੀ ਦੇ ਨਾਲ ਇੱਕ ਤੀਰ ਚਲਾਇਆ ਹੈ ਜੀ। ਕਿਲਾ ਮੁਗਲ ਕੋ ਹੋ ਤੋ ਸੁਕੋਸ, ਤਿਸ ਕੇ ਦਿਸ ਮਾਰੇ ਹੋ ਜਤ ਰੋਸ। ਮੁਗਲਾਂ ਦਾ ਕਿਲਾ ਇੱਕ ਕੋਹ ਦੀ ਦੂਰੀ ਉੱਤੇ ਸੀ। ਵੀਰ ਰਸ ਵਿੱਚ ਆ ਕੇ ਸਤਿਗੁਰੂ ਜੀ ਨੇ ਉਸ ਕਿਲੇ ਵੱਲ ਨੂੰ ਤੀਰ ਚਲਾਇਆ ਹੈ ਜੀ। ਸਿਖਰ ਦੁਰਗ ਕੇ ਜਬ ਹੂੰ ਗਇਓ, ਜੋਗੀ ਦੇਖਤ ਬੋਲਤ ਪਇਓ। ਕਹਿੰਦੇ ਜਦੋਂ ਤੀਰ ਕਿਲੇ ਦੇ ਸਿਖਰ ਤੇ ਗਿਆ ਤੇ ਜੋਗੀ ਵੇਖ ਕੇ ਬੋਲਿਆ ਜੀ। ਵਿਦਿਆ ਤਨ ਜੇ ਹੋਏ ਕਮਾਈ, ਕੋਈ ਨਾ ਕਰ ਸਕ ਹੈ ਸਮਤਾਈ। ਜਿਸ ਨੇ ਧਨੁੱਖ ਵਿਦਿਆ ਦੀ ਐਸੀ ਕਮਾਈ ਕੀਤੀ ਹੋਵੇ ਨਾ, ਉਸ ਨੂੰ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਜੀ। ਤ੍ਰੇਤੇ ਮੈਂ ਰਘੁਬਰ ਕੀ ਸੁਣੀ, ਦੁਆਪਰ ਮੈਂ ਅਰਜਨ ਕੀ ਗੁਣੀ। ਤ੍ਰੇਤੇ ਦੇ ਵਿੱਚ ਰਾਮਚੰਦਰ ਜੀ ਬਾਰੇ ਸੁਣਿਆ ਹੈ ਤੇ ਦੁਆਪਰ ਵਿੱਚ ਸੁਣਿਆ ਹੈ ਕਿ ਅਰਜਨ ਵੱਡਾ ਗੁਣਵਾਨ ਸੀ ਜੀ। ਹੋਏ ਭਇਓ ਅਭਦ੍ਰੇਸ ਨਿਸ਼ਚਾ, ਸੋ ਹੋਏ ਤੁਮ ਹਾਥ ਤੁਰਕ ਗਨਨਾਸ। ਤੇ ਹੁਣ ਸਤਿਗੁਰੂ ਜੀ ਸਾਹਮਣੇ ਆਪ ਜੀ ਨੂੰ ਵੇਖਿਆ ਹੈ ਤੇ ਮੈਨੂੰ ਭਰੋਸਾ ਹੈ ਕਿ ਤੁਹਾਡੇ ਹੱਥੋਂ
ਬਹੁਤ ਤੁਰਕਾਂ ਦਾ ਨਾਸ ਹੋਵੇਗਾ ਜੀ। ਹਮ ਕਟਾਸ ਪਰ ਕਰ ਕਹਿ ਬਾਸਨ ਬਾਲ ਗੁੰਦਾਈ ਸਿੱਧ ਕੇ ਆਸਨ। ਅਸੀਂ ਇੱਕ ਪੁਰਾਣੇ ਤੀਰਥ ਕਟਾਸ 'ਤੇ ਵਾਸਾ ਕਰਦੇ ਹਾਂ। ਉਥੇ ਬਾਲ ਗੁੰਦਾਈ ਸਿੱਧ ਦਾ ਆਸਨ ਹੈ ਜੀ। ਨਾ ਪਹੁੰਚਣਾ ਜਲਦ ਬਵੇਕ ਰੱਖੋ ਭਲੇ ਪ੍ਰੀਤੀ ਏਕ। ਕਹਿੰਦੇ ਗਿਆਨ ਦੇ ਸਾਗਰ ਕਟਾਸ 'ਤੇ ਜਿਹੜਾ ਬਾਲ ਗੁੰਦਾਈ ਜੋਗੀ ਦਾ ਡੇਰਾ ਹੈ, ਅਸੀਂ ਉੱਥੇ ਰਹਿੰਦੇ ਹਾਂ। ਉੱਥੇ ਜ਼ਰੂਰ ਪਹੁੰਚਣਾ ਤੇ ਸਾਨੂੰ ਯਾਦ ਰੱਖਣਾ ਜੀ। ਸਭ ਸਿੱਧਨ ਕੋ ਦਰਸ਼ਨ ਦੀਜੈ ਸਰਬ ਦੇਸ਼ ਕੀ ਸੈਲ ਕਰੀਜੈ। ਕਹਿੰਦੇ ਸਾਡੀ ਫਕੀਰਾਂ ਦੀ ਟੇਕ ਰੱਖਣੀ, ਇਹ ਉਸ ਜੋਗੀ ਦੇ ਸ਼ਬਦ ਸਨ ਜਿਹੜਾ ਇੱਕ ਅਕਾਲ ਦੀ ਓਟ ਰੱਖਣ ਵਾਲਾ ਹੈ। ਉਹ ਭਲਾ ਸਿੱਧਾਂ ਦੀ ਫਕੀਰਾਂ ਦੀ ਓਟ ਕਿਉਂ ਰੱਖੇਗਾ? ਉਹਨੇ ਤਾਂ ਕਹਿ ਦਿੱਤਾ, ਜਦੋਂ ਜੋਗੀ ਨੇ ਕਿਹਾ ਵੀ ਸਾਡੀ ਵੀ ਕੋਈ ਲੋੜ ਹੈ, ਅਸੀਂ ਵੀ ਸੰਜੋਗ ਕਰੀਏ ਕੋਈ, ਤੇ ਗੁਰੂ ਨੇ ਕਹਿਤਾ ਵੀ ਖਾਲਸਾ ਸਾਡਾ ਬਲੀ ਹੈ, ਉਹ ਆਪੇ ਹੀ ਇਕੱਲਾ ਹੀ ਖਾਲਸਾ ਵੈਰੀ ਦੇ ਸਾਹਮਣੇ ਤੀਰ ਚਲਾਏਗਾ। ਤੇ ਫਿਰ ਕਹਿੰਦਾ ਸਾਡੀ ਟੇਕ ਰੱਖਣੀ। ਗੁਰੂ ਸਾਹਿਬ ਜੀ ਨੂੰ ਜੋਗੀ ਕਹਿੰਦੇ, ਜਿਹੜਾ ਦੂਜਿਆਂ ਨੂੰ ਉਪਦੇਸ਼ ਦਿੰਦਾ ਹੋਵੇ ਕਿ ਭਾਈ ਇੱਕ ਓਟ ਅਕਾਲ ਪੁਰਖ ਦੀ ਰੱਖਣੀ ਹੈ, ਉਹ ਭਲਾ ਤੁਹਾਡੀ ਟੇਕ ਕਿਉਂ ਰੱਖੇਗਾ? ਸਾਨੂੰ ਕਹਿੰਦਾ ਯਾਦ ਰੱਖਿਓ, ਸਾਰੇ ਸਿੱਧਾਂ ਨੂੰ ਦਰਸ਼ਨ ਦੇਵੋ। ਇਹ ਗੱਲ ਤੇ ਬਣਦੀ ਹੈ ਕਿ ਤੁਸੀਂ ਦਰਸ਼ਨ ਦਿਓ ਆ ਕੇ, ਸਾਰੇ ਦੇਸ਼ ਦੀ ਸੈਰ ਕਰੋ। ਇਹ ਉਹਨੇ ਬੇਨਤੀ ਕੀਤੀ ਹੈ ਜੀ। ਸਭ ਸੱਜਣ ਕੋ ਦਰਸ਼ਨ ਦੀਜੈ ਸਰਬ ਦੇਸ਼ ਕੀ ਸੈਲ ਕਰੀਜੈ। ਸਾਰੇ ਦੇਸ਼ ਦੀ ਸੈਰ ਕਰੋ ਤੇ ਸਿੱਧਾਂ ਨੂੰ ਦਰਸ਼ਨ ਦੇਵੋ ਜੀ। ਤੇਰੀ ਮੁਖ ਤੇ ਮੁਸਕਾਏ ਬਖਾਨਾ ਸੁਨੋ ਨਾਥ ਜੀ ਤਾਂ ਨਾ ਜਾਣਾ। ਗੁਰੂ ਸਾਹਿਬ ਜੀ ਨੇ ਮੁਖ ਤੋਂ ਮੁਸਕਰਾ ਕੇ ਕਿਹਾ, ਕਹਿੰਦੇ ਹੇ ਨਾਥ ਜੀ ਸੁਣੋ, ਅਸਾਂ ਉੱਥੇ ਨਹੀਂ ਜਾਣਾ ਜੀ। ਹੋਇਓ ਹੁਕਮ ਨਾ ਡਾਡੇ ਕੇਰਾ ਜੋ ਸਭ ਹਿੰਦ ਤੇ ਵੱਡੋ ਵਡੇਰਾ। ਜਿਹੜਾ ਸਾਰਿਆਂ ਦਾ ਵੱਡਾ ਵਡੇਰਾ ਹੈ ਨਾ, ਉਹ ਅਕਾਲ ਪੁਰਖ, ਉਹਦਾ ਸਾਨੂੰ ਬਾਲ ਗੁੰਦਾਈ ਦੇ ਡੇਰੇ ਤੇ ਜਾਣ ਦਾ ਹੁਕਮ ਨਹੀਂ ਹੋਇਆ ਜੀ। ਸਦੀ ਤੇਰਵੀਂ ਜਬ ਹੂੰ ਆਵੈ ਤੁਰਕਨ ਰਾਜ ਤੇਜ ਬਿਨ ਸਵੈ। ਜਦ 13ਵੀਂ ਸਦੀ ਹਿਜਰੀ ਆਵੇਗੀ, ਜਦ ਤੁਰਕਾਂ ਦੇ ਰਾਜ ਦਾ ਤੇਜ ਖਤਮ ਹੋ ਜਾਵੇਗਾ ਜੀ। ਤਬ ਪਹੁੰਚੋ ਗੋ ਪੰਥ ਹਮਾਰਾ ਰਾਜ ਲੈ ਤਿਸ ਦੇਸ਼ਨ ਸਾਰਾ। ਤਦ ਉੱਥੇ ਸਾਡਾ ਪੰਥ ਪਹੁੰਚੇਗਾ, ਉਸ ਦੇਸ਼ ਦਾ ਸਾਰਾ ਰਾਜ ਲੈ ਲੈਣਗੇ ਜੀ। ਤੀਰ ਗੋਦਾਵਰ ਕੇ ਹਮ ਜੈ ਹੈ ਤੇ ਕੁਨ ਪਰ ਲੋਕ ਸਿਦੇ ਹੈ। ਅਸੀਂ ਹੁਣ ਗੋਦਾਵਰੀ ਨਦੀ ਦੇ ਕਿਨਾਰੇ ਤੇ ਪਹੁੰਚਾਂਗੇ ਤੇ ਨਾਥ ਜੀ ਉੱਥੋਂ ਹੀ ਅਸੀਂ ਪਰਲੋਕ ਚਲੇ ਜਾਵਾਂਗੇ ਜੀ। ਸੁਨ ਕਰ ਸਿਧ ਸਗਰੇ ਹਰ ਖਾਏ ਲੀਨ ਪ੍ਰਸਾਦ ਦੀਨਤ ਸਿਥਾਏ। ਤੇ ਇਹ ਸੁਣ ਕੇ ਵੀ ਖਾਲਸੇ ਦਾ ਰਾਜ ਆਵੇਗਾ, ਇਹ ਸਾਰੇ ਸਿੱਧ ਬੜੇ ਪ੍ਰਸੰਨ ਹੋ ਗਏ। ਸਤਿਗੁਰੂ ਜੀ ਨੇ ਪ੍ਰਸ਼ਾਦ ਦਿੱਤਾ ਤੇ ਜੋਗੀਆਂ ਨੇ ਲੈ ਲਿਆ ਜੀ। ਸਭ ਹਿਨ ਬਹੁਰ ਆਦੇਸ਼ ਬਖਾਨੀ ਸਨਮਾਨਤ ਕਲਗੀ ਤਰਮਾਨੀ। ਫਿਰ ਸਾਰਿਆਂ ਨੇ ਜੋਗੀਆਂ ਨੇ ਆਦੇਸ਼ ਕਿਹਾ। ਸਤਿਗੁਰੂ ਜੀ ਨੇ ਵੱਡਾ ਸਨਮਾਨ ਦੇ ਕੇ ਉਹਨਾਂ ਦੇ ਆਦੇਸ਼ ਨੂੰ ਪ੍ਰਵਾਨ ਕਰ ਲਿਆ। ਭਾਵ ਉਹਨਾਂ ਨੇ ਇੱਕ ਪ੍ਰਕਾਰ ਦਾ
ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਸਤਿਗੁਰੂ ਜੀ ਨੇ ਉਹਨੂੰ ਪ੍ਰਵਾਨ ਕਰ ਲਿਆ ਜੀ। चले अगर नगरी में आए इतत बिचरे देखत ताए। ਗੁਰੂ ਜੀ ਅੱਗੇ ਚੱਲ ਕੇ ਨਗਰੀ ਦੇ ਵਿੱਚ ਆ ਗਏ। ਇੱਧਰ ਉੱਧਰ ਫਿਰ ਕੇ ਸਾਰੇ ਸਥਾਨ ਵੇਖਦੇ ਸਨ ਜੀ। और बलोक कर गरीब जारे बहुर अगारी निकट पधारे। ਨਗਰ ਦੇ ਸਾਰੇ ਗਲੀਆਂ ਬਾਜ਼ਾਰ ਵੇਖਦੇ ਹੋਏ ਫਿਰ ਅੱਗੇ ਨਿਕਲ ਗਏ ਜੀ। दखन दिस तीरथ पर आए सिंह उतारे दूर बिठाए। ਇਹ ਦੱਖਣ ਵਾਲੇ ਪਾਸੇ ਤੀਰਥ ਤੇ ਆਏ, ਸਿੰਘਾਂ ਦਾ ਦੂਰ ਇੱਕ ਥਾਂ ਉਤਾਰਾ ਕਰਵਾਇਆ ਹੈ ਜੀ। आप बलोके सुंदर तीर मेला होए रहे हो बहु पीर। ਆਪ ਇੱਕ ਸੁੰਦਰ ਕਿਨਾਰਾ ਵੇਖਿਆ ਜਿੱਥੇ ਮੇਲਾ ਹੋ ਰਿਹਾ ਸੀ, ਬਹੁਤ ਭੀੜ ਲੱਗੀ ਹੋਈ ਸੀ ਜੀ। एक अटारे अंटन साहू तरे प्रभु जाए तिस माहू। ਕਹਿੰਦੇ ਇੱਕ ਅਟਣ ਸ਼ਾਹ ਦੀ ਅਟਾਰੀ ਸੀ, ਗੁਰੂ ਜੀ ਜਾ ਕੇ ਉੱਥੇ ਉਤਾਰਾ ਕਰਦੇ ਹਨ ਜੀ। पश्चिम दिस तीरथ की बाही निस में बास करत पहताही। ਤੀਰਥ ਦੇ ਪੱਛਮ ਵਾਲੇ ਪਾਸੇ ਰਾਤ ਸਮੇਂ ਉੱਥੇ ਸਤਿਗੁਰੂ ਜੀ ਰਹਿ ਰਹੇ ਸਨ ਜੀ। भई प्रभात पुंज दिज आए सुन को सुन सुन बहुत लाए। ਜਦ ਸਵੇਰ ਹੋਈ ਤੇ ਕੁਝ ਬ੍ਰਾਹਮਣ ਆਦਿ ਵੀ ਆ ਗਏ। ਗੁਰੂ ਜੀ ਬਾਰੇ ਸੁਣ ਸੁਣ ਕੇ ਬਹੁਤ ਉਤਾਵਲੇ ਹੋ ਗਏ ਜੀ। सबको दरब कतर दीनो आपस में तन बंटन कीनो। ਕਿਉਂਕਿ ਜਦੋਂ ਕੋਈ ਗਰੀਬ ਗੁਰਬਾ ਆਉਂਦਾ ਸੀ ਤੇ ਸਤਿਗੁਰੂ ਉਹਦੀ ਝੋਲੀ 'ਚ ਕੁਝ ਨਾ ਕੁਝ ਪਵਾ ਦਿੰਦੇ ਸਨ। ਸਿੱਖਾਂ ਨੂੰ ਕਹਿ ਦਿੰਦੇ ਸਨ ਵੀ ਇਹਦੀ ਝੋਲੀ 'ਚ ਕੁਝ ਨਾ ਕੁਝ ਪਾਓ, ਕੁਝ ਨਾ ਕੁਝ ਦਿਓ ਇਹਨੂੰ। ਤੇ ਉਹਨਾਂ ਨੂੰ ਵੇਖ ਕੇ ਬ੍ਰਾਹਮਣ ਆਦਿ ਵੀ ਆ ਜਾਂਦੇ ਸਨ, ਸਤਿਗੁਰੂ ਸਾਨੂੰ ਵੀ ਕੁਝ ਨਾ ਕੁਝ ਦਿਓ। ਤੇ ਗੁਰੂ ਸਾਹਿਬ ਜੀ ਕਹਿੰਦੇ ਸਨ ਤੁਸੀਂ ਵੀ ਲੈ ਲਓ। ਜਿਹੜਾ ਵੀ ਗੁਰੂ ਦੇ ਦਰ ਤੇ ਆਉਂਦਾ ਸੀ ਕੋਈ ਖਾਲੀ ਨਹੀਂ ਸੀ ਜਾਂਦਾ। ਇਸ ਆਸ਼ੇ ਅਨੁਸਾਰ ਉਹ ਵੀ ਆਏ ਨੇ ਤੇ ਸਤਿਗੁਰਾਂ ਨੇ ਇਕੱਠਾ ਹੀ ਧਨ ਇਹਨਾਂ ਨੂੰ ਦਵਾ ਦਿੱਤਾ ਹੈ ਕਿ ਭਾਈ ਆ ਧਨ ਲੈ ਲਓ। ਤੇ ਉਹਨਾਂ ਸਾਰਿਆਂ ਨੇ ਫਿਰ ਆਪਸ ਵਿੱਚ ਵੰਡ ਲਿਆ ਹੈ ਜੀ। राम दत्त किंगरिया एक जिसके और कुछ गुरन बबेग। ਤੇ ਇਹਨਾਂ ਦੇ ਵਿੱਚ ਇੱਕ ਰਾਮ ਦत्त ਕਿੰਗਰੀਆ ਸੀ ਜਿਹਦੇ ਹਿਰਦੇ ਵਿੱਚ ਗੁਰੂ ਜੀ ਬਾਰੇ ਕੁਝ ਗਿਆਨ ਸੀ ਜੀ। रहे हजूर बलोकत दर्शन अबलाकत कल्याण अपन मन। ਉਹ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਜੀ ਦੀ ਹਜ਼ੂਰੀ ਵਿੱਚ ਹੀ ਰਿਹਾ। ਉਹਨੇ ਆਪਣੇ ਮਨ ਵਿੱਚ ਸੋਚਿਆ ਕਿ ਗੁਰੂ ਦੀ ਹਜ਼ੂਰੀ ਵਿੱਚ ਰਵਾਂਗੇ ਕਲਿਆਣ ਹੋ ਜਾਏਗੀ। ਆਪਣਾ ਕਲਿਆਣ ਕਰਵਾਉਣ ਦੀ ਉਹਦੀ ਅਭਿਲਾਸ਼ਾ ਸੀ ਜੀ। कृपा दृष्ट पिक करे हो संगत है जातो जिद सब कुछ घोर कर मैं। ਕਿਰਪਾ ਦ੍ਰਿਸ਼ਟੀ ਨਾਲ ਉਸ ਵੱਲ ਵੇਖ ਕੇ ਗੁਰੂ ਜੀ ਨੇ ਕਿਹਾ, ਕੀ ਕਿਹਾ? ਜਾਚੋ ਦਿਜ ਸਭ ਕੁਛ ਗੁਰ ਘਰ ਮੈਂ। ਕਹਿੰਦੇ ਹੇ ਬ੍ਰਾਹਮਣ ਮੰਗੋ ਕੀ ਚਾਹੀਦਾ ਹੈ। ਗੁਰੂ ਘਰ ਦੇ ਵਿੱਚ ਸਭ ਕੁਛ ਭਰਪੂਰ ਹੈ ਜੀ। सुन कल के तरते बड़ पागी बोलियो बिपरस रे अनुरागी। ਉਹ ਵਡਭਾਗਾ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸੁਣ ਕੇ ਇਸ ਤਰ੍ਹਾਂ ਬੇਨਤੀ ਕਰਨ ਲੱਗਿਆ ਜਿਹੜਾ ਮੁਕਤੀ ਦਾ ਪਿਆਰਾ ਸੀ ਜੀ। मैं लोभी ने लेवन केरा कर पकड़ो सोरो नह मेरा। ਕਹਿਣ ਲੱਗਾ ਸਤਿਗੁਰੂ ਜੀ ਮੈਂ ਕੋਈ ਪਦਾਰਥ ਲੈਣ ਦਾ ਲੋਭੀ ਨਹੀਂ ਆ, ਮੈਨੂੰ ਪਦਾਰਥ ਨਹੀਂ ਚਾਹੀਦੇ।
मेरा हाथ फड़ के फिर ना छड्डो जी। जिस हूँ की वह पहुँच न जहाँ, मोहे दीन को राखो तहाँ। जिथे किसे दी पहुँच नहीं है, मैनू गरीब नू उथे रखो जी। श्री गुर कहे सत परवारा, कहाँ बुलाइएगा सुख पारा। सतगुरु कहन लगे कि जिथे बहुत ज़्यादा सुख है ना, उथे आप जी नू परिवार सहित बुलावांगे जी। हिम कै गोरा एक कटार, दई असफुरी कृत कनिकार। दई अशरफी कितक निकार। सतगुरु जी ने ਇਹਨੂੰ ਇੱਕ ਘੋੜਾ ਦਿੱਤਾ, ਇੱਕ ਕਟਾਰ ਦਿੱਤੀ ਤੇ ਕਈ ਅਸ਼ਰਫੀਆਂ ਕੱਢ ਕੇ ਦਿੱਤੀਆਂ ਜੀ। ਦੇ ਕਰ ਕਹਿਓ ਸਦਨ ਭਰਪੂਰਾ, ਗੁਰ ਦਿਓ ਕਰ ਤੇਰੋ ਰੂਰ। ਦੇ ਕਰਕੇ ਕਹਿਓ ਸਦਨ ਭਰਪੂਰ, ਗੁਰੂ ਨੇ ਤੇਰੀ ਭਲਾਈ ਕਰ ਦਿੱਤੀ ਹੈ, ਤੇਰਾ ਘਰ ਸਦਾ ਭਰਪੂਰ ਰਹੇਗਾ, क्योंकि गुरु ने तेरा भला कीता है जी। और राम दत्त की गह बाहूं, तीरथ के तट तट चल जाहूं। फिर राम दत्त दी बांह नूं पकड़ के तीरथ दे किनारे किनारे गुरु गोबिंद सिंह महाराज चल पए जी। पाए कौन तीरथ की वैसे, दर से लोक दूज सस जैसे। फिर तीर्थ दे खब्बे पासे जाके बैठ गए। लोक दर्शन कर रहे सन जी। एक सुदागर तब मैं आयव, कर बंदन को बाक सुनायव। गुरु जी दे सुंदर मुखड़े नूं देख रहे सन, जिवें दूज दा चंद होवे, इस तरह दर्शन लोक दूज सस जैसे। कहते उत्थे गुरु साहब जी बैठे सन ते एक सुदागर उत्थे आया। वो वंदना करके बोलिया जी, रब जी अह तुरंग वकाऊ, अब लगने लीनो किन राऊ। कहन लगा सतगुरु जी, मेरे पास विकाऊ घोड़े हैं, भाव मेरे कोल घोड़े हैं ते ओ मैं वेचने हैं। हुण तक जिहा घोड़ा किसी राजे ने भी नहीं लिया जी। रावण लेह तू करो दिखावन, पाए हुक्म ते कीनो लियावन। आखिया जे आप जी लैना चाहुंदे हो ते मैं घोड़े विखावां। गुरु जी का हुक्म पा के वो घोड़ियां नूं लै के आया जी। छड्ड के ऊपर फेर तवाए, चल दिखावन करी खुदाए। गुरु साहब जी ने घोड़े उपर चढ़ के उस नूं दौड़ाया है और चाल वेखण वास्ते उस नूं कुदवाया है जी। दीन तरंग मकीन पसंद, चंचल बेगी बली बिलांदा। तीन घोड़े सतगुरु जी ने पसंद किए हैं। चंचल घोड़े बड़े बलवान हवा वांग भजदे सन जी। मुन बैठे दीवान लगाए, फिरियो खालसा तिग समुदाय। फिर सतगुरु जी दीवान ला के बैठ गए। सारा खालसा गुरु दे सेवक पास बैठ गए जी। मेले की संगत सुन कर कै, महालाभ को हृदय विचर कै। जिन्नी उत्थे मेले ਵਿੱਚ संगत आई सी, ਉਹਨਾਂ ਨੂੰ ਜਦੋਂ पता लगा कि गुरु गोबिंद सिंह महाराज जी आए ने ਤੇ महान लाभ ਨੂੰ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਿਚਾਰਿਆ कि गुरु ਦੇ दर्शन करने महान लाभ है, इस तो वड्डा कोई लाहा नहीं। ते जदों ये गल सोचनी कीती है जी। कल की
तर को पाया गमनू मिल सिख संगत जमन सुकमनू। ਜਦੋਂ ਉਹਨਾਂ ਨੇ ਸੋਚਿਆ ਵੀ ਕਲਗੀਧਰ ਸਤਿਗੁਰੂ ਜੀ ਆਏ ਨੇ ਤਾਂ ਜਿਹੜਾ ਕਿਹੜਾ ਚੱਲ ਕੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਉਹ ਜਥਾ ਸ਼ਕਤ ਕੋ ਭੇਟ ਲਿਆਏ। ਉਹ ਭੇਟਾ ਲਿਆ ਕੇ ਗੁਰੂ ਨੂੰ ਅਰਪਣ ਕਰਦਾ ਹੈ ਜੀ। बोल है अनको दरब हजार गयो सुधाकर बंधन तार। ਉਧਰ ਜਿਹੜੇ ਸੁਦਾਗਰ ਤੋਂ ਘੋੜੇ ਲਏ ਸਨ ਕਿ ਉਹਨਾਂ ਨੂੰ 1000 ਰੁਪਏ ਉਸ ਸੁਦਾਗਰ ਨੂੰ ਗੁਰੂ ਸਾਹਿਬ ਜੀ ਨੇ ਦੇਣੇ ਕੀਤੇ। ਸੁਦਾਗਰ ਬੰਦਨਾ ਕਰਕੇ ਔਰ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਚਲੇ ਗਿਆ। ਤਿਸ ਨਿਸ ਬਸ ਕਰ ਪ੍ਰਾਤ ਇਸ਼ਨਾਨੇ ਚੜ੍ਹਤ ਰੰਗ ਪ੍ਰਭ ਕੀਸ ਪਿਆਨੇ। ਉਥੇ ਰਾਤ ਰਹਿ ਕੇ ਗੁਰੂ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਫਿਰ ਘੋੜੇ ਤੇ ਚੜ੍ਹ ਕੇ ਅੱਗੇ ਚੱਲ ਪਏ ਹਨ। ਇੱਥੇ ਇਹ ਅਧਿਆਏ ਸਮਾਪਤ ਹੋਇਆ, ਸਮਾਂ ਵੀ ਸਮਾਪਤ ਹੈ। ਅਗਲਾ ਅਧਿਆਏ ਕੱਲ੍ਹ ਆਰੰਭ ਹੋਵੇਗਾ ਜੋ ਹੈ ਇੱਕ ਮਾਈ ਕੋਲੋਂ ਗੁਰੂ ਜੀ ਨੇ ਦੁੱਧ ਛਕਿਆ ਤੇ ਨਾਲ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੱਤੇ। ਕਵੀ ਸੰਤੋਖ ਸਿੰਘ ਜੀ ਨੇ ਇਹ ਪਾਵਨ ਇਤਿਹਾਸ ਲਿਖਿਆ ਹੈ। ਬੜੀ ਵੱਡੀ ਮਿਹਨਤ ਹੈ ਕਵੀ ਸੰਤੋਖ ਸਿੰਘ ਜੀ ਦੀ। ਜਿੱਥੇ ਆਪਾਂ ਗੁਰੂ ਸਾਹਿਬਾਨਾਂ ਨੂੰ ਨਮਸਕਾਰ ਕਰਦੇ ਹਾਂ ਤੇ ਕਵੀ ਸੰਤੋਖ ਸਿੰਘ ਜੀ ਲਿਖਤ ਜਦੋਂ ਪੜ੍ਹੀ ਦੀ ਹੈ ਤੇ ਕਵੀ ਸੰਤੋਖ ਸਿੰਘ ਜੀ ਨੂੰ ਸਿਰ ਝੁਕ ਜਾਂਦਾ ਹੈ। ਇਸੇ ਵਾਸਤੇ ਖਿਤਾਬ ਦਿੱਤਾ ਚੂੜਾਮਣੀ, ਕਵੀਆਂ ਦੇ ਸਿਰਤਾਜ ਕਵੀ। ਇਹਦਾ ਇਹ ਭਾਵ ਹੈ ਕਵੀਆਂ ਦੇ ਸਿਰਤਾਜ ਕਵੀ ਭਾਈ ਸੰਤੋਖ ਸਿੰਘ ਜੀ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ, ਉਪਦੇਸ਼ ਆਪ ਜੀ ਦੇ ਹਿਰਦੇ ਵਿੱਚ ਵਸ ਜਾਣ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।